ਜਿਹੜੇ ਸੂਰਮੇ ਸਾਡੇ ਅੰਦਰ ਬੈਠੇ ਜਿਨ੍ਹਾਂ ਲਈ ਅਸੀਂ ਇੱਥੇ ਬੈਠੇ ਆ ਨਾ, ਉਹ ਨਾ ਹੀ ਕੋਈ ਜ਼ਮੀਨ ਦਾ ਝਗੜਾ ਸੀਗਾ ਅੰਦਰ ਗਏ, ਨਾ ਕੋਈ ਵਿਅਕਤੀਗਤ ਸਵਾਰਥ ਸੀਗਾ, ਨਾ ਕੋਈ ਜਾਤੀ ਦਾ ਝਗੜਾ ਸੀਗਾ, ਨਾ ਕੋਈ ਕਿਸੇ ਵੀ ਚੀਜ਼ ਦਾ ਝਗੜਾ ਨਹੀਂ ਸੀਗਾ, ਹੈ ਨਾ। ਝਗੜਾ ਸੀਗਾ ਤੇ ਇੱਕ ਦਾ ਕਿ ਮੈਂ ਆਪਣੇ ਪੰਜਾਬ ਨੂੰ ਇੱਦਾਂ ਰੁਲਣ ਨਹੀਂ ਦੇਣਾ, ਕੱਟਣ ਨਹੀਂ ਦੇਣਾ, ਇੱਦਾਂ ਮਰਨ ਨਹੀਂ ਦੇਣਾ। ਜੇ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰੀਏ, ਹਾਲੇ ਤੱਕ ਤਾਂ ਉਹ ਨਿਰਦੋਸ਼ ਨੇ, ਕਾਨੂੰਨ ਦੇ ਹਿਸਾਬ ਨਾਲ ਬੇਗੁਨਾਹ ਨੇ। ਅੱਜ ਅਸੀਂ ਜੀ ਰਹੇ ਹਾਂ, ਸਰ ਚੁੱਕ ਰਹੇ ਹਾਂ, ਸਾਡੇ ਲਈ ਬੈਠੇ ਆ, ਸਾਡੇ ਲਈ ਕੀਤਾ। ਫਿਰ ਮੇਰੀ ਪੜ੍ਹਾਈ ਲਿਖਾਈ ਦਾ ਕੀ ਫਾਇਦਾ? ਮੈਨੂੰ ਲੱਗਦਾ ਡਿਗਰੀਆਂ ਚੁੱਕ ਕੇ ਸੁੱਟ ਦਿਓ, ਪਾੜ ਦਿਓ, ਜੇ ਤੁਹਾਨੂੰ ਆਪਣੀ ਕਮਿਊਨਿਟੀ ਲਈ, ਆਪਣੀ ਕੌਮ ਲਈ, ਜਿਹਦੇ ਨਾਲ ਹਮੇਸ਼ਾ ਧੱਕਾ ਹੁੰਦਾ ਆ, ਤੁਸੀਂ ਖੜੇ ਨਹੀਂ ਹੋਏ। ਸੋ ਇਹ ਇਤਿਹਾਸ ਗਵਾਹ ਹੈ, ਜਦ ਸਰਕਾਰਾਂ ਡਰਦੀਆਂ ਨੇ ਪੁਲਿਸ ਨੂੰ ਅੱਗੇ ਕਰਦੀਆਂ ਨੇ। ਉਹਦਾ ਨਜ਼ਾਰਾ ਤੁਸੀਂ ਜਿਹੜਾ ਸੀਗਾ ਦੇਖ ਲਿਆ 4 ਦਿਨ ਪਹਿਲੇ। ਨਿਹੰਗ ਸਿੱਖ ਜਿਹੜੇ ਇੱਥੇ ਬੈਠੇ ਨੇ, ਜਿਨ੍ਹਾਂ ਨੇ ਸਿੰਘੂ ਮੋਰਚਾ ਐਡਾ ਮਜ਼ਬੂਤੀ ਨਾਲ ਲਾਇਆ ਔਰ ਸਰਕਾਰ ਦੀ ਹਿੰਮਤ ਨਹੀਂ ਪਈ ਘੁਸਪੈਠ ਕਰਨ ਦੀ, ਉਹੀ ਇਹਨਾਂ ਨੂੰ ਪਤਾ ਇੱਥੇ ਵੀ ਉਹ ਉਹੀ ਹਾਲ ਕਰ ਰਹੇ ਨੇ, ਡਰਾਉਣ ਦੀ ਕੋਸ਼ਿਸ਼। ਬਟ ਇਹ ਨਹੀਂ ਹਿੱਲਣ ਵਾਲਾ ਜੀ, ਇਹ ਵੱਧਦਾ ਹੀ ਜਾਊਗਾ, ਤੁਸੀਂ ਦੇਖਦੇ ਜਾਇਓ, ਚੜ੍ਹਦੀ ਕਲਾ 'ਚ ਰਹੂਗੀ, ਇੱਥੇ ਵੀ ਫਤਿਹ ਹੋਏਗੀ। ਜਿੱਦਾਂ ਮੋਦੀ ਸਾਨੂੰ ਕਿਸਾਨੀ ਸੰਘਰਸ਼ ਵੇਲੇ ਕਹਿੰਦਾ ਸੀਗਾ, ਇਹ ਅੰਦੋਲਨ ਜੀਵੀ ਨੇ, ਇਹਨਾਂ ਦਾ ਅੰਦੋਲਨ ਦੇ ਬਗੈਰ ਜੀ ਨਹੀਂ ਲੱਗਦਾ, ਹੈ ਨਾ। ਤੂੰ ਜੋ ਵੀ ਕਹਿ ਲੈ, ਹੈ ਨਾ, ਅਸੀਂ ਡਰਦੇ ਨਹੀਂ ਹੈਗੇ। ਉਹ ਕਿੱਦਾਂ ਡਰਾਉਂਦਾ ਤੁਹਾਨੂੰ, ਤੁਹਾਡੇ ਤੇ ਪਰਚੇ ਪਾ ਕੇ। ਸਾਨੂੰ ਜਿੱਦਾਂ ਲੋਕ ਅਦਾਲਤ ਬਹਿੰਦੀ ਹੈ ਤਾਂ ਕਹਿੰਦੇ ਮਾਫ਼ ਕਰਾ ਲਓ ਆਪਣਾ। ਮੈਂ ਨਹੀਂ ਮਾਫ਼ ਕਰਾਇਆ, ਮੈਂ ਨਹੀਂ ਕਰਾਉਣਾ, ਮੈਂ ਲੜਨਾ, ਕਿਉਂਕਿ ਝੂਠਾ ਬੇਈਮਾਨੀ ਇਹਨਾਂ ਦੀ। ਸਾਡੇ ਜਿਹੜੇ ਡਰ ਗਏ ਉਹਨਾਂ ਨੇ ਸਾਰਿਆਂ ਨੇ ਮਾਫ਼ ਕਰਾ ਲਿਆ। ਮੈਂ ਕਿਹਾ ਨਹੀਂ ਜੀ, ਮੈਂ ਲੜਨਾ। ਜਿਹਨੂੰ ਲੱਗਦਾ ਕਿ ਮੈਂ ਕੋਰਟ ਕਚਹਿਰੀ ਦੇ ਚੱਕਰਾਂ 'ਚ ਜਾਣਾ, ਪੈਸੇ ਲੱਗ ਜਾਂਦੇ ਨੇ, ਸਾਡੇ ਕੋਲ ਪੈਸੇ ਨਹੀਂ ਹੈਗੇ। ਇਹ ਬੈਠੀ ਹੈ ਤੁਹਾਡੀ ਬੇਟੀ ਇੱਥੇ, ਤੁਹਾਨੂੰ ਫ੍ਰੀ ਆਫ ਕਾਸਟ ਪ੍ਰੋ ਬੋਨੋ ਤੁਹਾਡਾ ਕੇਸ ਲੜਾਂਗੇ, ਸਾਡੇ ਕੋਲ ਪੂਰੀ ਵਕੀਲਾਂ ਦੀ ਟੀਮ ਹੈਗੀ ਹੈ। ਇਹਨਾਂ ਨੂੰ ਬਸ ਝੁਕਣਾ ਨਹੀਂ ਹੈਗਾ, ਡਰਨਾ ਨਹੀਂ ਹੈਗਾ। ਮੇਰੀ ਇੱਕੋ ਗੱਲ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਟੀਵੀ ਤੇ ਮੈਂ ਹਾਂ ਗਗਨ ਸਿੱਧੂ। ਜਦੋਂ ਜ਼ੁਲਮ ਅੱਤ ਚੱਕਦਾ ਹੈ ਤਾਂ ਕੋਈ ਨਾ ਕੋਈ ਇਹੋ ਜਿਹੀ ਸ਼ਖਸੀਅਤ ਜਿਹੜਾ ਧਰਤੀ ਦੇ ਉੱਤੇ ਆਈ ਜਾਂਦੀ ਹੈ, ਜਿਹੜੀ ਇਹਦੇ ਖਿਲਾਫ ਆਵਾਜ਼ ਉਠਾਉਂਦੀ ਹੈ। ਤਾਂ ਸਾਡੇ ਨਾਲ ਡਾਕਟਰ ਰਿਤੂ ਸਿੰਘ ਮੌਜੂਦ ਨੇ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਆਪਣਾ ਬਹੁਤ ਯੋਗਦਾਨ ਨਿਭਾਇਆ ਤੇ ਹੁਣ ਜਿਹੜਾ ਇਹ ਮੋਰਚਾ ਹੈ, ਕੌਮੀ ਇਨਸਾਫ ਮੋਰਚਾ, ਉਹਦੇ ਵਿੱਚ ਪਹੁੰਚੇ ਨੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਪਹਿਲਾਂ ਜੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਤੁਸੀਂ ਬਹੁਤ ਜਿਹੜਾ ਆਪਦਾ ਯੋਗਦਾਨ ਨਿਭਾਇਆ ਏ। ਹੁਣ ਇੱਥੇ ਕੌਮੀ ਇਨਸਾਫ ਮੋਰਚੇ 'ਚ ਪਹਿਲੇ ਦਿਨ ਤੋਂ ਡਟੇ ਹੋਏ ਹੋ। ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਗੱਲ ਕਰੀਏ ਤਾਂ ਕਿੰਨਾ ਕੁ ਫਰਕ ਨਜ਼ਰ ਆ ਰਿਹਾ? 1 ਮਹੀਨਾ ਔਰ 4 ਦਿਨ ਪਰ ਬੀਤ ਗਏ ਨੇ ਜੀ। 1 ਮਹੀਨਾ 4 ਦਿਨ ਹੋ ਗਏ, ਬਿਲਕੁਲ ਸਹੀ ਤੁਸੀਂ ਕਿਹਾ। 7 ਤਰੀਕ ਨੂੰ ਮੋਰਚਾ ਲੱਗਿਆ ਸੀਗਾ ਔਰ ਫਰਕ ਤਾਂ ਬਿਲਕੁਲ ਤੁਸੀਂ ਆਪ ਹੀ ਦੇਖ ਲਓ। ਜਿੱਦਣ ਅਸੀਂ ਰਾਤ ਇੱਥੇ ਆਏ ਸੀਗੇ 7 ਤਰੀਕ ਨੂੰ, ਕਿਉਂਕਿ ਮੇਰਾ ਕੇਸ ਸੀਗਾ ਕੋਰਟ 'ਚ, ਆਪਣਾ ਕੇਸ ਖਤਮ ਕਰਕੇ ਤੇ ਮੈਂ 7 ਤਰੀਕ ਲੇਟ ਪਹੁੰਚੀ ਇੱਥੇ। ਆਲਾਵੇੜੂ ਦਿਰੇ ਸੀਗਾ, ਸੌਰੀ। ਤੇ ਜਦ ਮੈਂ ਪਹੁੰਚੀ ਹਾਂ ਤੁਸੀਂ ਬਿਲੀਵ ਨਹੀਂ ਕਰੋਗੇ, ਇੱਥੇ ਸਾਡੇ ਬਾਬੇ ਜਿਹਦੇ ਬੈਠੇ ਹੋਏ ਸੀਗੇ, ਇੱਕ ਹੀ ਆਹੀ ਟੈਂਟ ਲੱਗਿਆ ਸੀ ਜਿਹੜਾ ਪਿੱਛੇ ਜਿੱਥੇ ਹੁਣ ਆਪਣੀ ਸੰਗਤ ਚੱਲਦੀ ਆ। ਇਹ ਛੋਟਾ ਜਿਹਾ ਟੈਂਟ ਸੀਗਾ, ਉੱਥੇ ਬਾਹਰ ਮੀਂਹ ਪੈ ਰਿਹਾ ਸੀਗਾ, ਇੰਨੀ ਸਿਰੇ ਦੀ ਠੰਡ ਸੀਗੀ, ਥੱਲੇ ਗੱਦੇ ਪਾਏ ਹੋਏ ਤੇ ਬਜ਼ੁਰਗ ਬਾਬੇ ਬੈਠੇ ਹੋਏ ਸੀਗੇ, ਨਾਲ ਬੱਚੇ ਵੀ ਸੀਗੇ। ਮੋਰਚੇ 'ਚ ਉਹ ਨਜ਼ਾਰਾ ਮੈਂ ਦੇਖਿਆ ਸੀਗਾ 7 ਤਰੀਕ। ਉਹਨਾਂ ਨੇ ਹਰ ਕੋਈ, ਮੈਂ ਪੁੱਛ ਰਹੀ ਸੀਗੀ ਠੰਡ ਹੈਗੀ ਹੈ, ਕਹਿੰਦੇ ਕਾਹਦੀ ਠੰਡ, ਕੋਈ ਠੰਡ ਨਹੀਂ ਹੈਗੀ। ਮੋਰਚਾ ਮੈਂ ਕਿਹਾ ਜਿੱਤ ਕੇ ਜਾਣਾ। ਮੈਨੂੰ ਨਾ ਇੱਕਦਮ ਰਿਮਾਈਂਡ ਹੋ ਗਿਆ ਕਿ ਜੋ ਕਿਸਾਨੀ ਸੰਘਰਸ਼ ਵੇਲੇ ਜੋ ਜੋਸ਼ ਜਜ਼ਬਾ ਸੀਗਾ ਨਾ, ਉਸ ਤੋਂ ਵੀ ਡਬਲ ਜਜ਼ਬਾ ਇੱਥੇ ਹੈ। ਤੁਸੀਂ ਯਕੀਨ ਮੰਨੋ ਮੇਰੀ ਗੱਲ, ਕਿਉਂਕਿ ਉਹ ਤਾਂ ਚਲੋ ਜ਼ਮੀਨ ਦੀ ਗੱਲ ਸੀਗੀ, ਹੈ ਨਾ। ਉਹਦੇ ਵਿੱਚ ਬੜਾ ਚੀਜ਼ਾਂ ਸੁਣਨ ਨੂੰ ਆਈਆਂ ਕਿ ਇੱਥੇ ਤਾਂ ਚਲੋ ਜਿਹੜੇ ਲੋਕੀ ਲੈਂਡਲੋਰਡਸ ਹੈਗੇ ਆ, ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਨੇ, ਜ਼ਮੀਨਦਾਰ ਲੋਕ ਉਹ ਨੇ, ਸਾਰੇ ਸੀਗੇ ਉੱਥੇ ਵੀ, ਲੇਕਿਨ ਸਰਕਾਰ ਇਹੋ ਜਿਹਾ ਵਿਤਕਰਾ ਵੰਡ ਪਾਉਂਦੀ ਸੀਗੀ। ਇੱਥੇ ਕੌਮ ਦੀ ਗੱਲ ਆ, ਕੌਮੀ ਇਨਸਾਫ ਮੋਰਚਾ, ਜੋ ਆਪਣੀ ਕੌਮ ਨਾਲ ਪਿਆਰ ਕਰਦਾ, ਗੁਰੂ ਸਾਹਿਬ ਦਾ ਸੱਚਾ ਉਹ ਸਿੰਘ ਤੁਹਾਨੂੰ ਇਸ ਮੋਰਚੇ 'ਤੇ ਮਿਲੂਗਾ। ਜੋ ਵੀ ਇਸ ਤਰੀਕੇ ਦੀ ਜਿਹਨੂੰ ਵੀ ਉਹ ਚਿਣਕ ਅੰਦਰ ਜਾਂ ਦਰਦ ਹੈਗਾ ਨਾ, ਉਹ ਤੁਹਾਨੂੰ ਇੱਥੇ ਮਿਲੂਗਾ। ਉਸ ਦਿਨ ਮੋਰਚੇ 'ਤੇ ਮੈਨੂੰ ਲੱਗਦਾ ਇੱਥੇ 400 ਕਿ 500 ਲੋਕ ਰਾਤ ਦੇ ਟਾਈਮ ਹੋਣੇ, ਦਿਨੇ 'ਤੇ ਬਹੁਤ ਘੱਟ ਸੀਗਾ, ਰਾਤ ਦੇ ਟਾਈਮ। ਅੱਜ ਤੁਸੀਂ ਦੇਖ ਲਓ ਆਹ ਪਿਕਨਿਕ ਹੈਗੀ ਹੈ ਪਿੱਛੇ, ਇਹ ਤੁਸੀਂ ਪੈਨ ਕਰਕੇ ਨਾ ਬਾਅਦ 'ਚ ਕੈਮਰਾ ਜ਼ਰੂਰ ਸੰਗਤ ਨੂੰ ਦਿਖਾਇਓ, ਜਿਹੜੇ ਵੀ ਤੁਹਾਡੇ ਚੈਨਲ 'ਤੇ ਦੇਖੇ। ਪਿੱਛੇ ਤੱਕ ਮੋਰਚਾ ਲੱਗ ਚੁੱਕਿਆ, ਬਾਹਰ ਜਿਹੜਾ ਆਪਣਾ ਰਾਊਂਡ ਅਬਾਊਟ ਹੈਗਾ ਉਹ ਪੂਰਾ ਭਰ ਚੁੱਕਿਆ ਹੈ। ਨਿਹੰਗ ਜਥੇਬੰਦੀਆਂ ਆ ਚੁੱਕੀਆਂ, ਜਿੱਦਾਂ ਬਾਬਾ ਰਾਜ ਸਿੰਘ ਜੀ ਇੱਥੇ ਬੈਠੇ ਨੇ, ਬਾਬਾ ਕੁਲਵਿੰਦਰ ਸਿੰਘ ਜੀ ਪਿੱਛੇ ਬੈਠੇ ਨੇ, ਬਾਕੀ ਨਿਹੰਗ ਜਥੇਬੰਦੀਆਂ ਲੈਫਟ ਰਾਈਟ, ਜਿਹੜੀ ਸਾਡੀ ਸਿੱਖ ਕੌਮ ਦੇ ਸੂਰਮੇ ਆਰਮੀਜ਼ ਨੇ ਸਾਡੀਆਂ, ਹੈ ਨਾ। ਬੱਚਿਆਂ ਦੇ ਵਿੱਚ ਉਤਸ਼ਾਹ ਦੇਖੋ। ਆਹ ਭੈਣ ਪਿੱਛੇ ਖੜੀ ਆ, ਇਹੋ ਜਿਹੇ ਬੱਚੇ ਆ ਰਹੇ ਨੇ, ਭੈਣਾਂ ਆ ਰਹੀਆਂ ਨੇ, ਸਾਰੇ ਵੱਧ ਚੜ੍ਹ ਕੇ ਇੱਥੇ ਆ ਰਹੇ ਨੇ, ਕਿਉਂਕਿ ਮੈਸੇਜ ਵਾਈਡ ਸਪਰੈਡ ਹੋ ਰਿਹਾ ਹੈ। ਔਰ ਕਿਉਂ ਆ ਰਹੇ ਨੇ ਮੈਂ ਤੁਹਾਨੂੰ ਦੱਸਦੀ ਹਾਂ।
ਠੀਕ ਹੈ। ਮੈਂ ਤੁਹਾਡਾ 2 ਮਿੰਟ ਲਵਾਂਗੀ ਤੁਹਾਡਾ ਅਗਲੇ ਸਵਾਲ ਤੋਂ ਪਹਿਲਾਂ। ਮੈਨੂੰ ਚਾਹੁੰਦੀ ਹਾਂ ਮੈਂ ਕਿਤੇ ਭੁੱਲ ਨਾ ਜਾਵਾਂ, ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ। ਦੇਖੋ ਜੀ, ਮੈਂ ਵੀ ਇਹ ਚੀਜ਼ ਸੋਚ ਕੇ ਬੈਠੀ ਹਾਂ, ਜਦ ਗੱਲ ਆਉਂਦੀ ਹੈ ਨਾ ਆਪਣੀ ਕੌਮ ਦੀ, ਜਿਹੜੇ ਸੂਰਮੇ ਸਾਡੇ ਅੰਦਰ ਬੈਠੇ, ਜਿਨ੍ਹਾਂ ਲਈ ਅਸੀਂ ਇੱਥੇ ਬੈਠੇ ਹਾਂ ਨਾ, ਉਹ ਨਾ ਹੀ ਕੋਈ ਜ਼ਮੀਨ ਦਾ ਝਗੜਾ ਸੀਗਾ ਅੰਦਰ ਗਏ, ਨਾ ਕੋਈ ਵਿਅਕਤੀਗਤ ਸਵਾਰ ਸੀਗਾ, ਨਾ ਕੋਈ ਜਾਤੀ ਦਾ ਝਗੜਾ ਸੀਗਾ, ਨਾ ਕੋਈ ਕਿਸੇ ਵੀ ਚੀਜ਼ ਦਾ ਝਗੜਾ ਨਹੀਂ ਸੀਗਾ, ਹੈ ਨਾ। ਝਗੜਾ ਸੀਗਾ ਤੇ ਇੱਕ ਦਾ ਕਿ ਮੈਂ ਆਪਣੇ ਪੰਜਾਬ ਨੂੰ ਇੱਦਾਂ ਰੁਲਣ ਨਹੀਂ ਦੇਣਾ, ਕੱਟਣ ਨਹੀਂ ਦੇਣਾ, ਇੱਦਾਂ ਮਰਨ ਨਹੀਂ ਦੇਣਾ ਜ਼ਾਲਿਮਾਂ ਦੇ ਹੱਥੋਂ, ਹੈ ਨਾ। ਜੋ ਵੀ ਉਹਨਾਂ ਨੇ ਕੀਤਾ, ਜੇ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰੀਏ, ਹਾਲੇ ਤੱਕ ਤਾਂ ਉਹ ਨਿਰਦੋਸ਼ ਨੇ, ਕਾਨੂੰਨ ਦੇ ਹਿਸਾਬ ਨਾਲ ਬੇਗੁਨਾਹ ਨੇ। ਬੇਗੁਨਾਹ ਇਸ ਦੇਸ਼ 'ਚ ਗੁਨਾਹਗਾਰ ਉਹ ਹੁੰਦਾ ਹੈ ਜਿਨ੍ਹਾਂ ਨੂੰ ਸੁਪਰੀਮ ਕੋਰਟ ਸਜ਼ਾ ਦਿੰਦੀ ਹੈ, ਜਿੱਦਾਂ ਬਿਲਕਿਸ ਬਾਨੋ ਦੇ ਆਰੋਪੀ, ਜਿੱਦਾਂ ਉਹ ਸੀਗੇ ਰਾਜੀਵ ਗਾਂਧੀ ਦੇ ਹਥਿਆਰੇ, ਉਹ ਸੀਗੇ ਗੁਨਾਹਗਾਰ। ਲੇਕਿਨ ਬੇਗੁਨਾਹ ਉਹ ਹੋਇਆ ਜਿਹਨੂੰ ਸੁਪਰੀਮ ਕੋਰਟ ਨੇ ਸਜ਼ਾ ਨਹੀਂ ਸੁਣਾਈ। ਤੇ ਉਹੋ ਜਿਹਾ ਬੰਦਾ ਜਿਹਨੂੰ ਸਜ਼ਾ ਹੀ ਨਹੀਂ ਹੋਈ, 27 ਸਾਲ ਤੋਂ ਅੰਦਰ ਬੈਠਿਆ, ਸਾਡੇ ਲਈ ਅੱਜ ਅਸੀਂ ਫ੍ਰੀ ਘੁੰਮ ਰਹੇ ਹਾਂ, ਅੱਜ ਅਸੀਂ ਜੀ ਰਹੇ ਹਾਂ, ਸਰ ਚੁੱਕ ਰਹੇ ਹਾਂ, ਉਹ ਸਾਡੇ ਲਈ ਬੈਠਿਆ, ਸਾਡੇ ਲਈ ਕੀਤਾ। ਫਿਰ ਮੇਰੀ ਪੜ੍ਹਾਈ ਲਿਖਾਈ ਦਾ ਕੀ ਫਾਇਦਾ? ਮੈਨੂੰ ਲੱਗਦਾ ਡਿਗਰੀਆਂ ਚੁੱਕ ਕੇ ਸੁੱਟ ਦਿਓ, ਪਾੜ ਦਿਓ, ਜੇ ਤੁਹਾਨੂੰ ਆਪਣੀ ਕਮਿਊਨਿਟੀ ਲਈ, ਆਪਣੀ ਕੌਮ ਲਈ, ਜਿਹਦੇ ਨਾਲ ਹਮੇਸ਼ਾ ਧੱਕਾ ਹੁੰਦਾ ਆ, ਤੁਸੀਂ ਖੜੇ ਨਹੀਂ ਹੋਏ। ਤੁਸੀਂ ਕਿਆ ਭੈਣਾਂ ਨੂੰ, ਬੀਬੀਆਂ ਨੂੰ ਮਾਈ ਭਾਗੋ ਯਾਦ ਨਹੀਂ ਆਉਂਦੀ? ਕਿਆ ਅਸੀਂ ਕਿਹਨਾਂ ਦੇ ਵੰਸ਼ਜ ਹਾਂ? ਸਾਨੂੰ ਆਪਣਾ ਇਤਿਹਾਸ ਯਾਦ ਨਹੀਂ ਆਉਂਦਾ? ਮਹਾਰਾਜਾ ਰਣਜੀਤ ਸਿੰਘ ਨੂੰ ਤੁਸੀਂ ਯਾਦ ਕਰੋ। ਕਿਆ ਮੈਂ ਜਦ ਰਿਮਾਈਂਡ ਕਰਦੀ ਨਾ, ਮੈਂ ਸੋਚਦੀ ਹਾਂ ਕਿਆ ਸਮਾਂ ਹੋਣਾ ਯਾਰ, ਕਿਆ ਸਮਾਂ ਹੋਣਾ ਜਿੱਥੇ ਸਾਰਿਆਂ ਦਾ ਨਾਲ ਇਨਸਾਫ ਤੇ ਬਰਾਬਰੀ ਦੀ ਗੱਲ ਹੁੰਦੀ ਹੋਣੀ, ਸਾਰਿਆਂ ਕੋਲ ਇਕੁਆਲਿਟੀ ਹੋਣੀ, ਕਿਸੇ ਦੇ ਨਾਲ ਵੀ ਕੋਈ ਵਿਤਕਰਾ ਨਹੀਂ ਹੁੰਦਾ ਹੋਣਾ। ਉਹ ਸਮਾਂ ਹੋਣਾ, ਉਹ ਸਮਾਂ ਲਿਆਉਣਾ ਵਾਪਸ, ਉਹ ਚੀਜ਼ ਚਾਹੀਦੀ ਆ ਜੀ। ਇਹ ਤਾਂ ਤੁਸੀਂ ਸਵਾਲ ਦਾ ਜਵਾਬ ਦਿੱਤਾ ਕਿ ਮੋਰਚੇ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ। ਹੁਣ ਗੱਲ ਕਰਾਂਗੇ ਸਰਕਾਰਾਂ ਦੀ। ਸਰਕਾਰ ਦੀ ਕਾਰਗੁਜ਼ਾਰੀ ਇਹਨਾਂ 1 ਮਹੀਨੇ 4 ਦਿਨਾਂ ਦੇ ਵਿੱਚ ਕਿਹੋ ਜਿਹੀ ਰਹੀ ਹੈ? ਕੋਈ ਮਾੜਾ ਮੋਟਾ ਅਸਰ ਗਿਆ ਹੈ ਜਾਂ ਨਹੀਂ? ਦੇਖੋ ਜੀ, ਮੈਂ ਡੰਕੇ ਦੀ ਚੋਟ ਤੇ ਕਹਿੰਦੀ ਹਾਂ, ਸਰਕਾਰ ਹਿਲ ਚੁੱਕੀ ਆ। ਔਰ ਮੇਰੀ ਹਰ ਕੋਈ ਗੱਲ ਸੁਣ ਲੈ, ਜਿਹੜੇ ਘਰ ਬੈਠੇ ਨੇ, ਜਿਹੜੇ ਹਾਲੇ ਤੱਕ ਇੱਥੇ ਹਾਜ਼ਰੀ ਨਹੀਂ ਪਾ ਰਹੇ, ਜਿਹੜੇ ਡਰਦੇ ਨੇ, ਇਹ ਗੱਲ ਮੇਰੀ ਧਿਆਨ ਨਾਲ ਸੁਣ ਲਓ। ਅਸੀਂ 75% ਜੇ 100 ਤੋਂ ਲਾ ਲਓ, ਅਸੀਂ ਮੋਰਚਾ ਜਿੱਤ ਚੁੱਕੇ ਹਾਂ ਬਿਲਕੁਲ। ਔਰ ਮੈਂ ਪੂਰੇ ਹੋਸ਼ੋ ਆਵਾਜ਼ ਨਾਲ ਕਹਿ ਰਹੀ ਹਾਂ, ਸਰਕਾਰ ਹਿੱਲੀ ਪਈ ਆ, ਕਿਉਂਕਿ ਉਹਨਾਂ ਨੂੰ ਪਤਾ ਇਹ ਸਾਂਭਿਆ ਨਹੀਂ ਜਾਣਾ ਸਾਡੇ ਤੋਂ। ਇਹ ਜੋ ਹੋ ਰਿਹਾ ਨਾ, ਇਹ ਸਰਕਾਰ ਦੇ ਬਸਦਾ ਹੀ ਨਹੀਂ ਜੀ। ਇਹ ਤਾਂ ਅਸੀਂ ਬੈਠੇ ਹਾਂ ਜਿਨ੍ਹਾਂ 'ਚ ਜੋਸ਼ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਕਿ ਯਾਰ ਇਹ ਤਾਂ ਅਸੀਂ ਬਹੁਤ ਦੇਰ ਤੋਂ ਕੋਸ਼ਿਸ਼ ਕਰ ਰਹੇ ਸੀਗੇ, ਆਗੂਆਂ ਨੂੰ ਲੜਾ ਦਿਓ ਜਾਂ ਵਿੱਚ ਇਹਨਾਂ ਦੇ ਕੋਈ ਆਪਣਾ ਏਜੰਟ ਛੱਡ ਦਿਓ ਜਿਹੜਾ ਮੋਰਚਾ ਨਾ ਲੱਗਣ ਦੇ, ਜਿਹੜਾ ਗੱਲ ਨਾ ਹੋਣ ਦੇ ਬੰਦੀ ਸਿੰਘਾਂ ਦੀ। ਕਿਉਂਕਿ ਉਹਨਾਂ ਨੂੰ ਪਤਾ ਜੇ ਬੰਦੀ ਸਿੰਘ ਰਿਹਾ ਹੋ ਗਏ, ਪੰਜਾਬ ਦੀ ਸਿਆਸਤ ਹਿਲ ਜੂਗੀ, ਪੰਜਾਬ 'ਚ ਜਿਹੜੀ ਰਾਜਨੀਤੀ ਗੰਦੀ ਕਰ ਰਹੇ ਨਾ, ਸੱਤਾ ਹੀ ਪਲਟ ਹੋ ਜੂਗੀ। ਉਹਨਾਂ ਨੂੰ ਪਤਾ ਇਹ ਚੀਜ਼ ਦਾ, ਉਹ ਇਸ ਚੀਜ਼ ਤੋਂ ਡਰਦੇ ਸੀਗੇ ਤੇ ਇਹ ਇੱਥੇ ਜੰਮ ਕੇ ਬਹਿ ਗਏ। ਇਹਨਾਂ ਨੇ ਮੰਗਾਂ ਰੱਖਤੀਆਂ, ਇੱਥੇ ਬਜ਼ੁਰਗ ਵੀ ਆ ਗਏ, ਬੱਚੇ ਵੀ ਆ ਗਏ, ਬੀਬੀਆਂ ਵੀ ਆ ਗਈ, ਸਾਰਾ ਜੋਸ਼ ਭਰ ਗਿਆ। ਉਹ ਹਿਲ ਚੁੱਕੀ ਆ, ਉਹਨਾਂ ਕੋਲ ਕੋਈ ਆਲਟਰਨੇਟਿਵ ਨਹੀਂ ਹੈਗਾ। ਸੋ ਇਹ ਇਤਿਹਾਸ ਗਵਾਹ, ਜਦ ਸਰਕਾਰਾਂ ਡਰਦੀਆਂ ਨੇ, ਪੁਲਿਸ ਨੂੰ ਅੱਗੇ ਕਰਦੀਆਂ ਨੇ। ਉਹਦਾ ਨਜ਼ਾਰਾ ਤੁਸੀਂ ਜਿਹੜਾ ਸੀਗਾ ਦੇਖ ਲਿਆ 4 ਦਿਨ ਪਹਿਲੇ ਜੋ ਇੱਥੇ ਹੋਇਆ ਮੋਰਚੇ ਤੇ, ਜਿੱਥੇ ਸਾਡੇ 31 ਸਿੰਘ ਪਾਠ ਕਰਨ ਜੱਜ ਉੱਥੇ ਬਹਿ ਕੇ ਉਹਨਾਂ ਨੇ ਆਰਾਮ ਨਾਲ ਹੀ ਜਾਣਾ ਸੀ ਨਾ, ਹਰ ਵਾਰੀ ਤਰ੍ਹਾਂ ਜਾ ਰਹੇ ਸੀਗੇ। ਉਹਨਾਂ ਦੇ ਸਾਡੀ ਤਰਫੋਂ ਕੁਝ ਨਹੀਂ ਹੋਇਆ। ਸਰਕਾਰਾਂ ਜਿਹੜੀਆਂ ਹਿੱਲੀਆਂ ਤੇ ਡਰੀਆਂ ਪਈਆਂ, ਉਹਨਾਂ ਦੀ ਤਰਫੋਂ ਉਹਨਾਂ ਨੇ ਆਪਣੇ ਕੁਝ ਭੇਟੀਏ ਛੱਡੇ ਸੀਗੇ ਜਿਨ੍ਹਾਂ ਨੇ ਉਹ ਹਰਕਤ ਕੀਤੀ। ਇਹ ਕੀ ਮੈਸੇਜ ਦਿੰਦਾ? ਇਹੀ ਮੈਸੇਜ ਸੈਂਡ ਕਰਦਾ ਇਹ ਡਰੇ ਹੋਏ ਨੇ, ਇਹ ਬੁਖਲਾ ਗਏ ਨੇ, ਇਹਨਾਂ ਦੀ ਜ਼ਮੀਨ ਹਿੱਲੀ ਹੋਈ ਆ। ਇਹਨਾਂ ਨੂੰ ਲੱਗ ਰਿਹਾ ਕਿ ਇਹ ਕਿੱਦਾਂ ਹੋ ਰਿਹਾ, ਕਿੱਦਾਂ ਇਹਨਾਂ ਦੇ ਵਿੱਚ ਨਫ਼ਰਤ ਪਾਈਏ, ਆਪਣੇ ਗੁੰਡਿਆਂ ਨੂੰ ਭੇਜ ਕੇ ਇਹੋ ਜਿਹੀਆਂ ਕੋਈ ਹਰਕਤਾਂ ਕਰਾਈਏ ਕਿ ਇੱਥੋਂ ਭੱਜਣ। ਇਸੇ ਦਾ ਨਮੂਨਾ ਬਾਬਾ ਰਾਜ ਸਿੰਘ ਦੇ ਜਿੱਦਾਂ ਭਰਾ ਨੂੰ ਚੁੱਕਿਆ ਘਰੋਂ ਡਰਾਉਣ ਲਈ, ਕਿਉਂਕਿ ਉਹਨਾਂ ਨੂੰ ਪਤਾ ਨਿਹੰਗ ਸਿੱਖ ਜਿਹੜੇ ਇੱਥੇ ਬੈਠੇ ਨੇ, ਜਿਨ੍ਹਾਂ ਨੇ ਸਿੰਘੂ ਮੋਰਚਾ ਐਡਾ ਮਜ਼ਬੂਤੀ ਨਾਲ ਲਾਇਆ ਔਰ ਸਰਕਾਰ ਦੀ ਹਿੰਮਤ ਨਹੀਂ ਪਈ ਘੁਸਪੈਠ ਕਰਨ ਦੀ, ਉਹੀ ਇਹਨਾਂ ਨੂੰ ਪਤਾ ਇੱਥੇ ਵੀ ਉਹ ਉਹੀ ਹਾਲ ਕਰ ਰਹੇ ਨੇ, ਡਰਾਉਣ ਦੀ ਕੋਸ਼ਿਸ਼। ਬਟ ਇਹ ਨਹੀਂ ਹਿੱਲਣ ਵਾਲਾ ਜੀ, ਇਹ ਵੱਧਦਾ ਹੀ ਜਾਊਗਾ। ਤੁਸੀਂ ਦੇਖਦੇ ਜਾਇਓ, ਚੜ੍ਹਦੀ ਕਲਾ 'ਚ ਰਹੂਗੀ। ਇੱਥੇ ਵੀ ਫਤਿਹ ਹੀ ਹੋਏਗੀ, ਜਿੱਦਾਂ ਉੱਥੇ ਸਰਕਾਰ ਨੇ ਗੋਡੇ ਟੇਕੇ ਸੀਗੇ, ਇੱਥੇ ਵੀ ਉਹ ਨਜ਼ਾਰਾ ਤੁਸੀਂ ਦੇਖੋਗੇ। ਅੱਜ ਮੇਰੀ ਗੱਲ ਨੋਟ ਕਰ ਲਿਓ। ਰਿਤੂ ਸਿੰਘ ਜੀ, ਪੁੱਛਣਾ ਚਾਹੂੰਗੀ ਤੁਹਾਡੇ ਕੋਲੋਂ ਕਿ ਤੁਹਾਡੇ ਉੱਪਰ FIR ਵੀ ਦਰਜ ਹੋਈਆਂ ਨੇ, ਉਹ ਕਿਸ ਮਸਲਿਆਂ ਨੂੰ ਲੈ ਕੇ ਨੇ? ਕਿ ਸਰਕਾਰਾਂ ਦੇ ਵਿਰੁੱਧ ਬੋਲਦੇ ਹੋ ਇਸ ਲਈ, ਜਾਂ ਕੋਈ ਤੁਹਾਡੀ ਆਪ ਦੀ ਕੋਈ ਨਿੱਜੀ? ਬਿਲਕੁਲ ਇਹੀ ਗੱਲ ਆ, ਆਪ ਦੀ ਕੋਈ ਚੀਜ਼ ਨਹੀਂ ਆ। ਆਪ ਦੀ ਜਿਹੜੀਆਂ FIR ਹੁੰਦੀਆਂ ਉਹ ਇਹਨਾਂ ਤੇ ਬੋਲਣ ਕਰਕੇ ਹੀ, ਠੀਕ ਹੈ। ਵੱਡੀ ਜਿੱਦਾਂ ਅਸੀਂ ਬੇਕਸੂਰ ਹਾਂ, ਅਸੀਂ ਕੁਝ ਨਹੀਂ ਕਰਦੇ। ਦੇਖੋ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਦੀ ਹਾਂ, ਮੈਂ ਕਾਨੂੰਨ ਨੂੰ, ਲਾਅ ਅਬਾਈਡ ਸਿਟੀਜ਼ਨ ਹੈਗੀ ਹਾਂ ਕੰਟਰੀ ਦੀ। ਮੈਂ ਸੰਵਿਧਾਨ ਨੂੰ ਮੰਨਣ ਵਾਲੀ ਹੈਗੀ ਹਾਂ। ਮੈਂ ਕੋਈ ਵੀ ਕੰਮ, ਮੈਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਕਿ ਅੱਜ ਇਸ ਪ੍ਰੋਟੈਸਟ ਦੇ ਥਰੂ ਵੀ ਮੈਂ ਇਹ ਕਹਿੰਦੀ ਹਾਂ ਕਿ ਸਾਡਾ ਸਭ ਤੋਂ ਬੜਾ ਹਥਿਆਰ ਹੈ ਪੀਸਮਈ ਅੰਦੋਲਨ, ਪੀਸਫੁਲ ਪ੍ਰੋਟੈਸਟ, ਬਿਕਾਜ਼ ਦੈਟ ਇਜ਼ ਅ ਡੈਮੋਕ੍ਰੈਟਿਕ ਰਾਈਟ, ਹੈ ਨਾ। ਤੇ ਮੈਂ ਇਹੀ ਕਰਦੀ ਆਈ ਹਾਂ। ਮੈਂ ਬਹੁਤ ਪ੍ਰੋਟੈਸਟ 'ਚ ਹਿੱਸਾ ਲਿਆ, ਬਹੁਤ ਪ੍ਰੋਟੈਸਟ 'ਚ। ਇਹ ਇੱਕ ਨਹੀਂ ਹੈਗਾ ਨਾ, ਜਿੱਦਾਂ ਮੋਦੀ ਸਾਨੂੰ ਕਿਸਾਨੀ ਸੰਘਰਸ਼ ਵੇਲੇ ਕਹਿੰਦਾ ਸੀਗਾ ਇਹ ਅੰਦੋਲਨ ਜੀਵੀ ਨੇ, ਇਹਨਾਂ ਦਾ ਅੰਦੋਲਨ ਦੇ ਬਗੈਰ ਜੀ ਨਹੀਂ ਲੱਗਦਾ, ਹੈ ਨਾ। ਤੂੰ ਜੋ ਵੀ ਕਹਿ ਲੈ, ਹੈ ਨਾ, ਅਸੀਂ ਡਰਦੇ ਨਹੀਂ ਹੈਗੇ। ਉਹ ਕਿੱਦਾਂ ਡਰਾਉਂਦਾ ਤੁਹਾਨੂੰ, ਤੁਹਾਡੇ ਤੇ ਪਰਚੇ ਪਾ ਕੇ।
ਉਹ ਕੋਵਿਡ ਦੀ ਗਾਈਡਲਾਈਨਸ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਤੁਹਾਨੂੰ ਡਰਾਉਣ ਲਈ ਕੋਵਿਡ ਸੀ ਗਾਈਡਲਾਈਨ ਤੁਸੀਂ ਮੰਨੀ ਨਹੀਂ, ਤੁਸੀਂ ਬਾਹਰ ਨਿਕਲ ਕੇ ਪ੍ਰੋਟੈਸਟ ਕਰਨ ਲਈ, ਤੇ ਉਹਦੇ ਤੁਹਾਡੇ ਤੇ FIR ਕਰਤੀਆਂ, ਮੇਰੇ ਤੇ ਕੀਤੀਆਂ ਹੋਈਆਂ 2 ਮੁਕੱਦਮੇ। ਮੈਂ ਲੜ ਰਹੀ ਹਾਂ ਕੇਸ 'ਚ, ਸਾਡੂ ਜਿੱਦਾਂ ਲੋਕ ਅਦਾਲਤ ਬਹਿੰਦੀ ਹੈ ਤਾਂ ਕਹਿੰਦੇ ਮਾਫ ਕਰਾ ਲਓ ਆਪਣਾ, ਮੈਂ ਨਹੀਂ ਮਾਫ ਕਰਾਇਆ, ਮੈਂ ਨਹੀਂ ਕਰਾਉਣਾ, ਮੈਂ ਲੜਨਾ ਕਿਉਂਕਿ ਝੂਠਾ ਬੇਈਮਾਨੀ ਇਹਨਾਂ ਦੀ। ਸਾਡੇ ਜਿਹੜੇ ਡਰ ਗਏ ਉਹਨਾਂ ਨੇ ਸਾਰਿਆਂ ਨੇ ਮਾਫ ਕਰਾ ਲਿਆ। ਮੈਂ ਕਿਹਾ ਨਹੀਂ ਜੀ ਮੈਂ ਲੜਨਾ, ਅਸੀਂ ਲੜਨ ਵਾਲੀਆਂ ਕੌਮਾਂ ਨੇ, ਲੜਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਤੁਸੀਂ ਗਲਤ ਕੀਤਾ, ਤੁਸੀਂ ਝੂਠੇ ਸਾਡੇ ਤੇ ਉਹ ਪਾਏ ਨੇ ਪਰਚੇ, ਔਰ ਇਹ ਹਕੀਕਤ ਆ। ਤੁਹਾਨੂੰ ਡਰਾਉਣ ਲਈ ਤੁਹਾਡੇ ਤੇ ਝੂਠੇ ਪਰਚੇ ਪਾਣਗੇ, ਹਿੰਮਤ ਰੱਖੋ, ਲੜੋ। ਔਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ, ਸਾਡੇ ਕੋਲ ਆਪਣੀ ਲੀਗਲ ਟੀਮ ਬਹੁਤ ਸਟਰੋਂਗ ਹੈਗੀ ਆ, ਬਹੁਤ ਹੀ ਸਟਰੋਂਗ। ਜਿਹੜੇ ਤੇ ਵੀ ਕੋਈ ਜਿਹਦੇ ਨਾਲ ਲੱਗਦਾ ਜਾਸਤੀ ਹੋ ਰਹੀ ਹੈ, ਜਿਹਨੂੰ ਲੱਗਦਾ ਕਿ ਮੈਂ ਕੋਰਟ ਕਚਹਿਰੀ ਦੇ ਚੱਕਰਾਂ 'ਚ ਜਾਣਾ, ਪੈਸੇ ਲੱਗ ਜਾਂਦੇ ਨੇ, ਸਾਡੇ ਕੋਲ ਪੈਸੇ ਨਹੀਂ ਹੈਗੇ, ਇਹ ਬੈਠੀ ਹੈ ਤੁਹਾਡੇ ਬੇਟੀ ਇੱਥੇ, ਤੁਹਾਨੂੰ ਫ੍ਰੀ ਆਫ ਕਾਸਟ ਪ੍ਰੋ ਬੋਨੋ ਤੁਹਾਡਾ ਕੇਸ ਲੜਾਂਗੇ। ਸਾਡੇ ਕੋਲ ਪੂਰੀ ਵਕੀਲਾਂ ਦੀ ਟੀਮ ਹੈਗੀ ਹੈ। ਇਹਨਾਂ ਨੂੰ ਬਸ ਝੁਕਣਾ ਨਹੀਂ ਹੈਗਾ, ਡਰਨਾ ਨਹੀਂ ਹੈਗਾ। ਮੇਰੀ ਇੱਕੋ ਗੱਲ ਹੈਗੀ ਹੈ, ਡਰਨਾ ਨਹੀਂ, ਝੁਕਣਾ ਨਹੀਂ, ਸਿਰ ਨਹੀਂ ਝੁਕਾਉਣਾ ਇਹਨਾਂ ਦੇ ਅੱਗੇ, ਡਟ ਕੇ ਖੜੇ ਹੋਣਾ। ਮੈਂ ਵੀ ਇਦਾਂ ਹੀ ਖੜੀ ਹਾਂ, ਤੇ ਪਿੱਛੇ ਡਰਦੇ ਨੇ, ਹਟਦੇ ਨੇ, ਪਿੱਛੇ ਹਟਾਉਂਦੀਆਂ, ਪਿੱਛੇ ਡਰਾਉਂਦੀਆਂ। ਜਿੰਨੇ ਵੀ ਪਰਚੇ ਪਾਏ ਆ, ਜੋ ਵੀ ਹਰਕਤ ਕੀਤੀ ਹੈ, ਕੋਰਟ ਤੱਕ ਘਸੀਟ ਕੇ ਲੈ ਕੇ ਗਈ ਆ। ਉਹਨਾਂ ਦੇ ਖਿਲਾਫ ਚਾਰਜ ਸ਼ੀਟ ਵੀ ਜਮ੍ਹਾਂ ਕਰਾਈ ਹੈ, ਜਿਨ੍ਹਾਂ ਨੇ ਵੀ ਮੇਰੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ। ਇਹ ਹੈਗਾ ਜਜ਼ਬਾ, ਔਰ ਇਹ ਇਦਾਂ ਨਹੀਂ ਆਇਆ। ਇਹ ਜਦ ਤੁਸੀਂ ਆਪਣਾ ਇਤਿਹਾਸ ਪੜ੍ਹਦੇ ਹੋ ਨਾ, ਫਰੋਲਦੇ ਹੋ ਪੰਨੇ ਪਿਛਲੇ, ਜੋ ਇਹਨਾਂ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ। ਬਟ ਜੇ ਤੁਸੀਂ ਐਜੂਕੇਟਿਡ ਯੂਥ ਹੋ, ਜਦ ਪੜ੍ਹਦੇ ਹੋ, ਜਦ ਤੁਸੀਂ ਦੇਖਦੇ ਹੋ ਨਾ ਜੇ ਗੁਰੂਆਂ ਪੀਰਾਂ ਦੀ ਇਹ ਕੁਰਬਾਨੀ ਆ, ਫਿਰ ਤੁਹਾਡੇ ਅੰਦਰ ਇਹ ਚੀਜ਼ ਰਹਿੰਦੀ ਹੈ ਕਿ ਡਰਨਾ ਨਹੀਂ, ਪਿੱਛੇ ਹਟਣਾ ਨਹੀਂ, ਸਿਰ ਬਾਹਰ ਨਿਕਲ ਕੇ ਲੜਨਾ ਮਨਜ਼ੂਰ ਹੈ। ਘਰ ਬੈਠ ਕੇ ਸਰ ਕਿਹੜੀ ਮਰਨਾ, ਲੜ ਕੇ ਮਰਨਾ, ਸਿਰ ਚੁੱਕ ਕੇ ਰਹਿਣਾ। ਦਿੱਲੀ ਤੋਂ ਇੱਕ ਕੁੜੀ ਇੱਕ ਸਿੰਘਣੀ ਬਣ ਕੇ ਆ ਗਈ ਹੈ, ਪਰ ਪੰਜਾਬ ਦੀਆਂ ਕੁੜੀਆਂ ਅੱਜ ਵੀ ਘਰਾਂ ਦੇ ਵਿੱਚ ਬੈਠੀਆਂ ਨੇ। ਕੀ ਮੈਸੇਜ ਦੇਣਾ ਚਾਹੋਗੇ? ਹਾਂ, ਇਹ ਚੀਜ਼ ਮੈਨੂੰ ਲੱਗਦੀ ਹੈ, ਮੈਨੂੰ ਹਰ ਮੀਡੀਆ ਵਾਲਾ ਇਹ ਸਵਾਲ ਪੁੱਛਦਾ। ਫਿਰ ਮੈਂ ਜਦ ਤੁਹਾਨੂੰ ਦੇਖਦੀ ਹਾਂ ਨਾ, ਮੈਨੂੰ ਬੜਾ ਹੌਸਲਾ ਮਿਲਦਾ। ਜਿੱਦਾਂ ਆ ਭੈਣ ਜੀ ਆ, ਮੈਂ ਇਹਨਾਂ ਨੂੰ ਦੇਖਦੀ ਹਾਂ ਨਾ, ਤੁਸੀਂ ਵੀ ਤਾਂ ਮਾਈਕ ਫੜਿਆ ਨਾ, ਇਹ ਕੀ ਹੈਗਾ, 4th ਪਿਲਰ ਆਫ ਡੈਮੋਕ੍ਰੇਸੀ ਹੈਗਾ ਨਾ ਮੀਡੀਆ। ਇਸ ਕਰਕੇ ਤੁਸੀਂ ਮੈਨੂੰ ਥੋੜਾ ਸਪੋਰਟ ਕਰੋ, ਮੈਂ ਤੁਹਾਨੂੰ ਥੋੜਾ ਸਪੋਰਟ ਕਰਾਂਗੀ, ਤਾਂ ਕਿ ਤੁਹਾਡੇ ਹੱਥੋਂ ਇਹ ਮਾਈਕ ਨਾ ਖੋਏ, ਤੁਹਾਡੇ ਹੱਥੋਂ ਇਹ ਮਾਈਕ ਨਾ ਜਾਵੇ। ਜੇ ਤੁਹਾਡੀ ਆਵਾਜ਼, ਤੁਸੀਂ ਅੱਜ ਮੈਨੂੰ ਕਵਰ ਕਰਨ ਆਏ ਹੋ, ਮੇਰੀ ਆਵਾਜ਼ ਹੈ ਨਾ, ਮੈਂ ਆਪਣੀ ਆਵਾਜ਼ ਤੁਹਾਨੂੰ ਦਊਂਗੀ, ਤਾਂ ਕਿ ਤੁਹਾਡੇ ਵੀ ਇਹ ਪ੍ਰੈਸ ਦਾ ਫਰੀडम ਮੇਨਟੇਨ ਰਹੇ। ਨਹੀਂ ਤਾਂ ਤੁਹਾਨੂੰ ਵੀ ਗੋਦੀ ਮੀਡੀਆ ਬਣਨ 'ਚ ਦੇਰ ਨਹੀਂ ਲੱਗਣੀ, ਤੁਹਾਨੂੰ ਵੀ ਕੱਲ ਨੂੰ ਕਿਸੇ ਨੇ ਤੁਹਾਡਾ ਚੈਨਲ ਵੀ ਖਰੀਦ ਦੂਗੀ ਸਰਕਾਰ। ਇਹ ਜ਼ਿੰਮੇਵਾਰੀ ਬਣਦੀ ਹੈ ਬਾਹਰ ਨਿਕਲ ਕੇ ਆ ਕੇ। ਜੇ ਜਿਹੜੀਆਂ ਭੈਣਾਂ ਬੀਬੀਆਂ ਸੁਣ ਰਹੀਆਂ, ਬਾਹਰ ਨਹੀਂ ਆ ਰਹੀਆਂ, ਆਓ ਮੋਰਚੇ 'ਚ ਆਪਣੀ ਹਾਜ਼ਰੀ ਭਰੋ, ਹੈ ਨਾ। ਮੈਂ ਬਾਈ ਭਾਗੋ ਦਾ ਜ਼ਿਕਰ ਕੀਤਾ, ਜੇ ਉਹਨਾਂ ਨੇ ਉਸ ਟਾਈਮ ਤੇ ਅੱਖਾਂ ਨਹੀਂ ਖੋਲੀਆਂ ਹੁੰਦੀਆਂ ਤੇ ਕੀ ਹਾਲ ਹੋਣਾ ਸੀਗਾ, ਮੈਨੂੰ ਐਕਸਪਲੇਨ ਕਰਨ ਦੀ ਲੋੜ ਆ। ਗੂਗਲ ਕਰਕੇ ਨਾ ਮੇਰੀ ਭੈਣੋ, ਮੇਰੀਆਂ ਮਾਤਾਵਾਂ, ਤੁਸੀਂ ਘੱਟ ਨਹੀਂ ਹੋ ਕਿਸੇ ਦੇ। ਇਤਿਹਾਸ ਦੇਖੋ, ਮੇਰੀ ਹੱਥ ਜੋੜ ਕੇ ਵਿਨਤੀ ਆ, ਪੜ੍ਹੋ, ਉਸ ਚੀਜ਼ ਨੂੰ ਰਿਅਲਾਈਜ਼ ਕਰੋ। ਸਾਨੂੰ ਸਿੰਘਣੀਆਂ ਦਾ ਦਰਜਾ ਨਾ ਇੱਦਾਂ ਨਹੀਂ ਮਿਲਿਆ। ਇਹ ਕਿਉਂ ਦਿੱਤਾ? ਇੱਕ ਤਾਂ ਸਮਾਜ ਨੂੰ ਜਿਹੜਾ ਹਿੰਦੂਤਵਾ ਫੈਲਾਉਂਦਾ ਨਾ, ਜਿਹਨੇ ਮਨੂ ਸਮ੍ਰਿਤੀ ਲਿਆਈ, ਉਹਨਾਂ ਨੇ ਔਰਤ ਨੂੰ ਨਾ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਹੈ ਤਾੜਨ ਕੇ ਅਧਿਕਾਰੀ, ਇਹ ਮਨੂ ਸਮ੍ਰਿਤੀ 'ਚ ਲਿਖਿਆ ਸੀਗਾ ਕਿ ਜਿਹੜੀ ਬੀਬੀਆਂ ਨੇ, ਮਾਤਾਵਾਂ ਨੇ, ਮਹਿਲਾਵਾਂ ਨੇ, ਵਿਮਨ ਸਪੈਸ਼ਲੀ ਇਨ ਪਾਰਟੀਕੂਲਰ ਮੈਂ ਗੱਲ ਕਰਾਂ, ਇਹਨਾਂ ਦਾ ਕੋਈ ਅਧਿਕਾਰ ਹੀ ਨਹੀਂ ਹੈਗਾ। ਇਹ 2ਵੇਂ ਦਰਜੇ ਦਾ ਨਾਗਰਿਕ ਵੀ ਨਹੀਂ ਸੀਗੇ, ਜਾਨਵਰ ਦੇ ਸਮਾਨ ਨਾਲ ਸਾਡੀ ਤੁਲਨਾ ਕਰਤੀ। ਬਟ ਸਾਡੇ ਗੁਰੂਆਂ ਦਾ, ਸਾਡੇ ਧਰਮ ਦਾ ਸਿਧਾਂਤ ਇਹ ਸੀਗਾ, ਇਕੁਆਲਿਟੀ, ਇੱਕੋ ਬਰਾਬਰ। ਜੇ ਤੁਹਾਡੇ ਘਰ ਕੋਈ ਆਪਦਾ ਆਈ ਤੇ ਤਲਵਾਰ ਚੱਕੋ, ਨਿਕਲੋ, ਲੜੋ, ਦੁਸ਼ਮਣ ਨੂੰ ਰਸਤਾ ਦੱਸੋ ਬਾਹਰ ਦਾ, ਉਹੀ ਆ। ਤੇ ਬੀਬੀਆਂ ਤੋਂ ਮੇਰੀ ਇੱਕ ਉਹ ਹੈਗੀ ਹੈ, ਵਿਨਤੀ ਹੈਗੀ ਆ, ਹੈ ਤੇ ਮੈਂ ਵੀ ਪਿੱਛੋਂ ਪੰਜਾਬ ਤੋਂ ਹੀ ਆ ਨਾ, ਅੰਮ੍ਰਿਤਸਰ ਤੋਂ, ਲੇਕਿਨ ਅਸੀਂ ਬਾਹਰ ਚਲੇ ਗਏ, ਬਾਹਰ ਪੜ੍ਹ ਲਿਆ। ਜਿੱਦਾਂ ਮੇਰੀ ਮੰਮਾ ਜੰਮੂ ਤੋਂ ਨੇ, ਉੱਥੇ ਰਹਿੰਦੇ ਨੇ, ਹੈ ਨਾ, ਹੁਣ ਇੱਥੇ ਆ ਗਏ ਨੇ ਸਾਰੇ, ਤੇ ਮੇਰੇ ਫਾਦਰ ਮਦਰ ਤਾਂ ਇੱਦਾਂ ਮਿਲਨ ਹੋਇਆ। ਬਟ ਜੋ ਵੀ ਹੈ, ਆਪਣੇ ਘਰ ਜਦ ਲੱਗਦੀ ਹੈ ਨਾ, ਗੱਲ ਬਦਲਦੀ ਆ, ਤੇ ਫਿਰ ਪੀੜ ਦਾ ਅਹਿਸਾਸ ਹੁੰਦਾ। ਹੁਣ ਮੈਂ ਤੁਹਾਨੂੰ ਚੁੰਡੀ ਕੱਟੂੰਗੀ, ਮੈਨੂੰ ਚੁੰਡੀ ਪਏਗੀ ਤੇ ਮੈਨੂੰ ਇੰਨਾ ਪੀੜ ਨਹੀਂ ਮਹਿਸੂਸ ਹੋਏਗੀ। ਜੇ ਤੁਹਾਨੂੰ ਪਿੰਚ ਹੋਊਗਾ ਤਾਂ ਲੱਗੂਗਾ ਕਿ ਯਾਰ ਦਰਦ ਹੋਇਆ, ਉਹ ਦਰਦ ਆ। ਤੇ ਜੇ ਤੁਹਾਨੂੰ ਹੋ ਰਿਹਾ ਮਹਿਸੂਸ, ਤੇ ਬਾਹਰ ਨਿਕਲੋ, ਇੱਥੇ ਆ ਕੇ ਇਕੁਅਲ ਪਾਰਟਿਸਿਪੇਸ਼ਨ ਲਓ ਮੋਰਚੇ ਤੇ ਆਓ, ਨਾਲ ਬੈਠੋ, ਮੈਨੂੰ ਵੀ ਹਿੰਮਤ ਹੋ, ਤੁਹਾਨੂੰ ਵੀ ਹਿੰਮਤ ਮਿਲੇਗੀ, ਤੇ ਅਸੀਂ ਕੋਈ ਵੀ ਚੀਜ਼ ਫਤਿਹ ਕਰ ਸਕਦੇ ਹਾਂ, ਕੋਈ ਵੀ ਚੀਜ਼ ਜੀ। ਤਾਂ ਇਹ ਸਾਡੇ ਨਾਲ ਦਿੱਲੀ ਤੋਂ ਰਿਤੂ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਵਿੱਚ ਵੱਖਰੀ ਦਲੇਰੀ ਨਜ਼ਰ ਆਉਂਦੀ ਹੈ, ਔਰ ਔਰਤਾਂ ਨੂੰ ਵੀ ਇਸ ਮੋਰਚੇ ਦੇ ਵਿੱਚ ਪਹੁੰਚਣ ਦੇ ਲਈ ਵੱਖਰੇ ਤਰੀਕੇ ਦੇ ਨਾਲ ਆਪਣੇ ਅੰਦਾਜ਼ ਦੇ ਵਿੱਚ ਪੂਰੇ ਜੋਸ਼ ਵਾਲੇ ਸ਼ਬਦਾਂ ਨਾਲ ਬੁਲਾਉਂਦੇ ਹੋਏ ਨਜ਼ਰ ਆਏ ਨੇ।